ਧੰਨ ਵਾਹਿਗੁਰੂ ਸਾਹਿਬ ਜੀਓ। ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ, ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ। ਸਰਬ ਰਹਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ। ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਵ ਚਲਾਈ। ਅਨਹਦ ਸ਼ਬਦ ਵਜਾਏ, ਜਨ ਨਾਨਕ ਦੂਜੀ ਲਾਵ ਚਲਾਈ। ਅਨਹਦ ਸ਼ਬਦ ਵਜਾਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤਿਨਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਜੋ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਇਲਾਹੀ ਬਾਣੀ ਦੇ ਪਾਠ ਦੇ ਨਾਲ ਸਾਂਝ ਬਣਾ ਕਰਕੇ ਰੱਬੀ ਗੁਣਾਂ ਨੂੰ ਗਾਉਣ ਦਾ ਯਤਨ ਕਰ ਰਹੇ ਸਾਂ। ਆਓ ਜਿੱਥੇ ਬੜੇ ਪਿਆਰ ਸਹਿਤ ਪਾਵਨ ਬਾਣੀ ਦੇ ਪਾਠ ਦਾ ਆਨੰਦ ਮਾਣਿਆ ਹੈ, ਉੱਥੇ ਕੁਝ ਕੁ ਸਮਾਂ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜਿਹਨੂੰ ਆਪਾਂ ਚਾਰ ਲਾਵਾਂ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ। ਤਿੰਨਾਂ ਲਾਵਾਂ ਦੇ ਵਿੱਚੋਂ ਕੱਲ੍ਹ ਆਪਾਂ ਪਹਿਲੀ ਲਾਮ ਦੀ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ ਸੀ ਕਿ ਕਿਵੇਂ ਸਤਿਗੁਰੂ ਜੀ ਨੇ ਇਸ ਜੀਵ ਇਸਤਰੀ ਅਤੇ ਉਸ ਪ੍ਰਭੂ ਪਤੀ ਪਰਮਾਤਮਾ ਦੇ ਜੋੜ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਪ੍ਰੇਰਨਾ ਕੀਤੀ ਹੈ। ਸੋ ਸਤਿਗੁਰੂ ਜੀ ਨੇ
ਬਖਸ਼ਿਸ਼ ਕੀਤੀ ਸੀ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਇਹ ਜੀਵ ਰੂਪੀ ਇਸਤਰੀ ਅਤੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਵਿਆਹ ਦੀ ਪਹਿਲੀ ਲਾਮ ਹੈ ਕਿ ਜੀਵ ਦੇ ਮਨ ਦੇ ਅੰਦਰ ਸਤਿਗੁਰੂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਆਹਰ ਪੈਦਾ ਕਰ ਦਿੱਤਾ ਹੈ। ਜੀਵ ਨੂੰ ਇਹ ਉਦਮ ਬਖਸ਼ਿਆ ਹੈ ਕਿ ਜੀਵ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਜਪਦਾ ਹੈ। ਇਹ ਬਖਸ਼ਿਸ਼ ਕੀਤੀ ਹੈ ਕਿ ਇਸ ਇਨਸਾਨ ਨੂੰ, ਇਸ ਮਨੁੱਖ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੈਂ ਰੱਬ ਦੇ ਨਾਮ ਤੋਂ, ਰੱਬ ਦੇ ਗੁਣਾਂ ਤੋਂ, ਉਹਦੇ ਹੁਕਮ ਤੋਂ ਵਾਂਝਿਆ ਰਹਿ ਕਰਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ। ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਅਹਿਸਾਸ ਹੋਣਾ ਹੀ ਉਸ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਇਸ ਜੀਵ ਰੂਪੀ ਇਸਤਰੀ ਦੇ ਵਿਆਹ ਦੀ ਪਹਿਲੀ ਲਾਮ ਹੈ। ਸੋ ਸਤਿਗੁਰੂ ਜੀ ਨੇ ਅੱਜ ਦੂਸਰੀ ਲਾਮ ਦਾ ਜ਼ਿਕਰ ਕਰਦਿਆਂ ਹੋਇਆਂ ਬਖਸ਼ਿਸ਼ ਕੀਤੀ ਹੈ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਹੇ ਪ੍ਰਮਾਤਮਾ ਜੀ, ਹੇ ਮੇਰੇ ਰਾਮ ਜੀ, ਮੈਂ ਤੁਹਾਡੇ ਤੋਂ ਬਲਿਹਾਰੇ ਜਾਣਾ, ਸਦਕੇ ਜਾਣਾ। ਇਹ ਜੀਵ ਰੂਪੀ ਇਸਤਰੀ ਦੇ ਵਿਆਹ ਦੀ ਦੂਸਰੀ ਲਾਮ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ। ਤੇ ਇਸ ਦੂਸਰੀ ਲਾਮ ਦੇ ਵਿੱਚ ਫਿਰ ਜੀਵ ਦੇ ਜੀਵਨ 'ਚ ਕੀ ਕੀ ਵਾਪਰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਪਹਿਲਾ ਕੰਮ ਇਹ ਹੁੰਦਾ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਇਸ ਜੀਵ ਨੂੰ ਗੁਰੂ ਮਹਾਂਪੁਰਖ ਦੇ ਨਾਲ ਮਿਲਾਉਂਦਾ ਹੈ। ਹਰ ਦੂਜੜੀ ਲਾਮ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ। ਉਸ ਪਰਮਾਤਮਾ ਨੇ ਇਸ ਜੀਵ ਨੂੰ ਸਤਿਗੁਰੂ ਮਹਾਂਪੁਰਖ ਜਿਹੜਾ ਸੀ, ਸਭ ਤੋਂ ਵੱਡਾ ਪੁਰਖ ਜਿਹੜਾ ਸੀ, ਉਹ ਮਿਲਾ ਦਿੱਤਾ। ਹੁਣ ਜਦੋਂ ਗੁਰੂ ਮਿਲਾਇਆ ਤੇ ਫਿਰ ਗੁਰੂ ਨੇ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ, ਗੁਰੂ ਨੇ ਸਮਝਾਇਆ, ਕਿਉਂਕਿ ਗੁਰੂ ਦਾ ਕੰਮ ਹੀ ਜਿਹੜਾ ਹੈ ਉਹ ਸਮਝਾਉਣਾ। ਜਦੋਂ ਗੁਰੂ ਸ਼ਬਦ ਨੂੰ ਆਪਾਂ ਪਰਿਭਾਸ਼ਿਤ ਕਰਦੇ ਹਾਂ ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਗੂ ਪਲਸ ਰੂ। ਗੂ ਦਾ ਅਰਥ ਹੁੰਦਾ ਹੈ ਘੁੱਪ, ਹਨੇਰਾ, ਤੇ ਰੂ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਚਾਨਣ। ਗੁਰੂ ਕਿਹਾ ਹੀ ਉਸ ਸ਼ਖਸੀਅਤ ਨੂੰ ਜਾਂਦਾ ਹੈ ਜਿਹੜਾ ਸਾਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਵਾਲੇ ਪਾਸੇ ਲੈ ਜਾਵੇ। ਸੋ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਪ੍ਰਭੂ ਪਤੀ ਨੇ ਇਸ ਜੀਵ ਰੂਪੀ ਇਸਤਰੀ ਨੂੰ ਗੁਰੂ ਵਿਚੋਲਾ ਮਿਲਾ ਦਿੱਤਾ। ਇਸੇ ਕਰਕੇ ਬਾਣੀ ਨੇ ਗੁਰੂ ਨੂੰ ਵਿਚੋਲਾ ਕਿਹਾ ਨਾ। ਆਪਾਂ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹੁਣ ਵਿਚੋਲਾ ਕਿਹਾ ਉਸ ਨੂੰ ਜਾਂਦਾ ਜਿਹੜਾ ਵੇਚਦਾ ਹੋਵੇ। ਆਪਾਂ ਦੁਨਿਆਵੀ ਤੌਰ 'ਤੇ ਰਿਸ਼ਤਾ ਕਰਦੇ ਹਾਂ, ਬੱਚੇ ਤੇ ਬੱਚੀ ਦਾ ਰਿਸ਼ਤਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਦੋ ਪਰਿਵਾਰਾਂ ਦੇ ਸਿਰ ਜਿਹੜੇ ਨੇ ਉਹ ਜੋੜੇ ਜਾਂਦੇ ਨੇ। ਹੁਣ ਉਹਨਾਂ ਦੋਵਾਂ ਪਰਿਵਾਰਾਂ ਦੇ ਸਿਰ ਜੋੜਨ ਵਾਲਾ ਜਿਹੜਾ ਇਨਸਾਨ ਹੈ ਉਹਨੂੰ ਕਿਹਾ ਜਾਂਦਾ ਹੈ ਵਿਚੋਲਾ, ਵੇਚਦਾ। ਤੇ ਬਾਣੀ ਨੇ ਇਹਨੂੰ ਕਿਹਾ ਹੈ ਵਸੀਠ। ਵਿਚੋਲੇ ਦੇ ਅਰਥ ਬਾਣੀ ਦੇ ਵਿੱਚ ਆਏ ਨੇ ਵਸੀਠ। ਸੋ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਵੀ ਵਿਚੋਲੇ ਦਾ ਕੰਮ ਕਰਦਾ ਹੈ। ਇਸ ਜੀਵ ਰੂਪੀ ਇਸਤਰੀ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਜਿਹੜੀ ਦੂਰੀ ਬਣੀ ਹੈ, ਇਸ ਦੂਰੀ ਨੂੰ ਖਤਮ ਕਰਕੇ ਗੁਰੂ ਜੀਵ ਰੂਪੀ ਇਸਤਰੀ ਤੇ ਉਸ ਪ੍ਰਭੂ ਪਤੀ ਨੂੰ ਮਿਲਾਉਂਦਾ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਸੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਹਰ ਦੂਜੜੀ ਲਾਮ
ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਜਿਨ੍ਹਾਂ ਦੇ ਉੱਪਰ ਉਸ ਅਕਾਲ ਪੁਰਖ ਪਰਮਾਤਮਾ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਵਿਚੋਲਾ ਰੂਪ ਗੁਰੂ ਮਹਾਂਪੁਰਖ ਮਿਲਾ ਦਿੱਤਾ। ਤੇ ਸਤਿਗੁਰੂ ਜੀ ਕਹਿਣ ਲੱਗੇ ਇਹੀ ਜੀਵ ਦੇ ਵਿਆਹ ਦੀ ਉਸ ਪ੍ਰਭੂ ਪਤੀ ਦੇ ਨਾਲ ਦੂਸਰੀ ਲਾਮ ਹੈ। ਤੇ ਜਦੋਂ ਗੁਰੂ ਆਉਂਦਾ ਹੈ ਜ਼ਿੰਦਗੀ ਦੇ ਵਿੱਚ, ਜਦੋਂ ਗੁਰੂ ਮਿਲਦਾ ਹੈ, ਫਿਰ ਉਦੋਂ ਜੀਵਨ ਕਿਹੋ ਜਿਹਾ ਬਣਦਾ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਨਿਰਭਉ ਭੈ। ਨਿਰਭਉ ਦੇ ਅਰਥ ਨੇ ਜੀ ਡਰ ਤੋਂ ਰਹਿਤ, ਭੈ ਦੇ ਅਰਥ ਨੇ ਡਰ। ਜਦੋਂ ਗੁਰੂ ਜੀਵਨ ਦੇ ਵਿੱਚ ਆਉਂਦਾ ਹੈ, ਫਿਰ ਉਹ ਮਨੁੱਖ, ਉਹ ਜੀਵ ਹਰ ਇੱਕ ਪ੍ਰਕਾਰ ਦੇ ਡਰ ਤੋਂ ਰਹਿਤ ਹੋ ਜਾਂਦਾ ਹੈ। ਉਹ ਭੈ ਤੋਂ ਨਿਰਭਉ ਬਣ ਜਾਂਦਾ ਹੈ। ਫਿਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਆਪਾਂ ਰੋਜ਼ ਇਹ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸਤਿਗੁਰੂ ਜੀ ਕਹਿਣ ਲੱਗੇ ਨਿਰਭਉ ਭੈ ਮਨ ਹੋਏ। ਉਹਨਾਂ ਦਾ ਮਨ ਜਿਹੜਾ ਹੈ ਨਾ, ਉਹ ਭੈ ਤੋਂ ਰਹਿਤ ਹੋ ਜਾਂਦਾ ਹੈ, ਨਿਰਭਉ ਹੋ ਜਾਂਦਾ ਹੈ। ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਅੱਛਾ, ਫਿਰ ਗੁਰੂ ਜਦੋਂ ਵਿਚੋਲਾ ਮਿਲਦਾ ਹੈ, ਗੁਰੂ ਮਹਾਂਪੁਰਖ ਮਿਲਦਾ ਹੈ, ਸਤਿਗੁਰੂ ਜੀ ਕਹਿਣ ਲੱਗੇ ਫਿਰ ਉਹ ਜੀਵ ਇਸਤਰੀਆਂ ਆਪਣੇ ਜੀਵਨ ਦੇ ਵਿੱਚੋਂ ਹਉਮੈ ਦੀ ਮੈਲ ਨੂੰ ਖਤਮ ਕਰ ਦਿੰਦੀਆਂ ਨੇ। ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਉਮੈ ਨਹੀਂ ਹੈ। ਗੁਰੂ ਨੇ ਫਿਰ ਇਹ ਗੱਲ ਉਹਨਾਂ ਨੂੰ ਸਮਝਾ ਦਿੱਤੀ ਹੈ। ਜਬ ਹਮ ਹੋਤੇ, ਸਤਿਗੁਰੂ ਜੀ ਨੇ ਆਪਸ਼ਨ ਦੇ ਦਿੱਤਾ ਵੀ ਤੂੰ ਵੇਖ ਤੂੰ ਕਰਨਾ ਕੀ ਹੈ। ਤੇਰੇ ਸਾਹਮਣੇ ਆ, ਮੈਂ ਉਸ ਪਰਮਾਤਮਾ ਦੇ ਬਾਰੇ ਤੈਨੂੰ ਦੱਸਣਾ ਚਾਹੁੰਦਾ ਵੀ ਇੱਕ ਸਮੇਂ ਦੇ ਵਿੱਚ ਇੱਕ ਹੀ ਚੀਜ਼ ਰਹਿ ਸਕਦੀ ਹੈ, ਜਾਂ ਤਾਂ ਉਹ ਪਰਮਾਤਮਾ ਰਹਿ ਸਕਦਾ ਤੇ ਜਾਂ ਫਿਰ ਤੇਰੀ ਹਉਮੈ ਰਹਿ ਸਕਦੀ ਹੈ, ਹੰਕਾਰ ਰਹਿ ਸਕਦਾ ਹੈ। ਚੂਜ਼ ਤੂੰ ਕਰਨਾ ਵੀ ਤੂੰ ਕਿਹਨੂੰ ਚੂਜ਼ ਕਰਦਾ ਹੈ। ਤੂੰ ਹੰਕਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਹੈ ਜਾਂ ਤੂੰ ਉਸ ਨਿਰੰਕਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। अनल अगम जैसे लहर में उदद जल केवल जल माही। माधवे क्या कहिए भ्रम ऐसा जैसा मानिए होए ना तैसा। गुरु रामदास जी महाराज कहन लगे जिन्हां दी दूसरी लाम उस प्रभु पति दे नाल हुंदी है फिर वो वड्डे महापुरख गुरु नूं मिलदे ने, वो भै तो रहत हो जांदे ने, उन्हां दी जिंदगी च कोई डर नहीं है। तो सतगुरु जी कह लगे उन्हां दी जिंदगी च फिर होमे भी नहीं है, वो होमे तो रहत हो जाते हैं। होमे मैल गवाया बलराम जीओ। तो गुरु साहब जी कह लगे निर्मल भौ पाया, हर गुण गाया, हर वेखै राम हधूरे। निर्मल भौ डर जिहड़ा है ना साध संगत जी, वो दो प्रकार का बाणी ने साडे सामने बयानिया है। एक डर है किसी नूं धक्के दे नाल वधीकी करके, किसी दे उत्ते जुलम करके, अत्याचार करके किसी नूं नीवां दिखाउण दे लई डराउणा। इस डर की जदों बाणी ने गल कीती है तो गुरु तेग बहादुर साहब जी कहन लगे भै काहू को देत नह नह भै मन ध्यान। भी ये डर तो बिल्कुल किसी का लेना ही नहीं। जे कोई तेनू धक्के दे नाल वधीकी दे नाल जे कोई अत्याचार करके डराउणा चाहुंदा है तो सतगुरु जी कहन लगे भी ये डर ना तो किसी का लैना है तो ना किसी नूं इहो जिहा डर देना है। एक बाणी ने निर्मल भौ की गल की है जिन्हों आपां प्यार वाला डर कह लैंदे आ, अदब डर। हुण सतगुरु जी कहंदे ने ये डर अपनी जिंदगी दे विच तूं अपना। गुरु अंगद साहब जी महाराज के दो श्लोक आपां पढ़ते हैं माझ राग दे विचों। हुण उन्हां श्लोकां दे विच सतगुरु जी बड़ी प्यारी गल कहंदे ने दिसै सुनिए जानिए साओ ना पाया जाए, रुहला टुंडा अंधुला क्यों गल लगे धाए।
गुरु अंगद साहब जी महाराज कहन लगे भी कारण की है। उस परमात्मा के बारे ये सुनीदा भी वो रब है, ये भी सुनीदा भी वो दिसदा है, दिसे सुनिए जानिए, ये भी सुनीदा भी वो परमात्मा के बारे समझिया जा सकता है। पर गुरु अंगद साहब जी महाराज कहन लगे भी कारण की है, उस रब का स्वाद जिंदगी दे विचों नहीं आउंदा। इंसान दावे ते कर रहा है सुनन दे, दिसण दे, समझण दे, पर स्वाद जिहड़ा है वो जिंदगी दे विचों नहीं आउंदा। ते इहदा कारण की है? सतगुरु जी कहन लगे इहदा कारण ये है, रोहला टूंडा अंधुला। रोहला दे अर्थ ने जी लंगड़ा, टूंडा आपां कहने आ जिहदे हत्थ ना होण, अंधला जिहदियां अखां ना होण। सतगुरु जी कहन लगे भी ये जीव जिहड़ा है ना, ये लंगड़ा है, ये टूंडा है, तो ये अखां तो हीना है, तां इसनूं परमात्मा का स्वाद नहीं आ रहा, तां इनू परमात्मा दे नाल ओह जी गलवकड़ी नहीं पै रही। तो आपां कह सकते हैं भी सतगुरु साडी ते सब कुछ ही है, साडे तां पैर भी ने, हत्थ भी ने, अखां भी ने, कन्न भी ने, जुबान भी है, फिर सानू क्यों नहीं स्वाद आ रहा, सानू क्यों नहीं मिलाप हो रहा? तो गुरु अंगद साहब जी महाराज फिर जवाब देंदे ने, पुत मैं तेनू गल जिहड़ी समझानी चाहिए ना, तेनू समझ नहीं लगी। मैं जिहड़ी गल तेनू दसनी चाह रहा वो गल दा तेनू पता नहीं लग पाया। असल च मैं इन्हां शरीर दियां हत्थां पैरां ते ज्ञान इंद्रियां दी गल नहीं कीती, मैं मन दियां ज्ञान इंद्रियां दी ते कर्म इंद्रियां दी गल कीती है। वो मन दे ज्ञान इंद्रिय ते कर्म इंद्रिय किहड़े ने? सतगुरु जी कह लगे भै के चरण, भै दे अर्थ ने अदब डर। भै के चरण कर भाव के लोयन सुरत करे, नानक कह सियाणिए एव कंत मिलावा होए। गुरु साहब जी ने बख्शिश की। सतगुरु जी कह लगे जे तू परमात्मा दे अदब डर नूं पैर बना लवें, भाव तेरी जिंदगी दे विच रब दा अदब डर आ जाए, ये भो आ जाए भी वो परमात्मा मैनू सारियां थावां ते वेख रहा है। अच्छा जिदन आ अदब डर आ गया, जिदन आ भो सानू साडी जिंदगी दे विच आ गया, तो फिर इंसान कदे पाप कर्म करेगा, फिर उहदे जीवन दे विच ना कोई अपराध रह जाएगा, ना कोई पाप रह जाएगा, ना कोई किसी प्रकार का अवगुण रह जाएगा। सो सतगुरु जी बख्शिश करते हैं, कह लगे निर्मल भौ पाया, जिन्हां ने उस परमात्मा दे अदब डर नूं प्राप्त किया है। बाकी दुनिया वाले डर उन्होंने सारे खत्म कर दिते ने। वैसे डर भी उस इंसान नूं हुंदा है जिहड़ा इंसान गलत होवे, जिहड़ा पापी होवे, जिहड़ा धर्मी बंदा है, उन्हूं काहदा डर है जी? इसे करके बाणी ने कहना सो डरै जे पाप कमावदा। तुसीं वेखो भी बच्चा भी कई बारी कोई गलती कर दे ना, तो उहदे चेहरे का हाव भाव दस दिंदा भी ये वाकिया ही इन्हें गलती की है। बिल्कुल उहदे नाल दूसरा बच्चा जिन्हें कुछ गलत काम किया ही नहीं, उहदे चेहरे दे उत्ते कोई शिकन नहीं है, कोई डर नहीं है, वो बेफिक्रा है। तो खिमा करना जे अज असी अंदरों डरे हुए हाँ, तो किते ना किते साडा जीवन जिहड़ा है वो गलतियां दे विच ने, किते ना किते असी पाप जिहड़े ने वो अपने जीवन दे विच गाहे बगाहे किते ने, जिन्हां दा डर सानू लैके बैठ रहा है। खैर सतगुरु जी कह लगे जिन्हां ने उस डर नूं अपनी जिंदगी दे विचों खत्म करके निरभो बन गए ने, ते परमात्मा वाले अदब डर नूं अपनी जिंदगी का हिस्सा बना लिया है, हर गुण गाया, फिर उन्होंने परमात्मा के गुणां नूं अपनी जिंदगी दे विच गाविया है, रब की सिफत सलाह की है। तो जिदन गुण गाने शुरू कर दिते, हर वेखे राम हदूरे, उन्होंने परमात्मा अपने बिल्कुल हाज़र नाज़र जिहड़ा है उन्होंने वेख लिया है। फिर उन्होंने रब दूर नहीं लगा, फिर उन्होंने अपने अंदरों रब नूं वेख लिया, क्योंकि उन्होंने हर एक प्रकार का डर अपनी जिंदगी दे विचों कढ़ दिता, पाप खत्म कर ले,
ਉਹਨਾਂ ਨੇ ਅਦਬ ਡਰ ਆਪਣੇ ਜੀਵਨ ਦੇ ਵਿੱਚ ਰੱਖ ਲਿਆ। ਇਸੇ ਨੂੰ ਤੇ ਕਿਹਾ ਸੀ ਭਗਤ ਰਵਿਦਾਸ ਜੀ ਨੇ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੁਹੋਈ, ਵੀ ਉਹ ਪਰਮਾਤਮਾ ਤੇ ਹੱਥ ਤੋਂ ਵੀ ਨੇੜੇ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਆਹ ਦੂਸਰੀ ਲਾਮ ਹੈ, ਇਹ ਦੂਸਰਾ ਪੜਾਵ ਹੈ ਜੀਵ ਇਸਤਰੀ ਦਾ ਉਸ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਵਿਆਹ ਦਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ। ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ, ਇਹ ਅਹਿਸਾਸ ਹੋ ਜਾਂਦਾ ਵੀ ਆ ਜਿੰਨਾ ਵੀ ਪਸਾਰਾ ਹੈ ਨਾ, ਇਹ ਸਾਰਾ ਉਸ ਪਰਮਾਤਮਾ ਤੋਂ ਬਣਿਆ ਹੈ, ਇਹ ਉਹਦੇ ਆਪੇ ਤੋਂ ਬਣਿਆ ਹੈ। ਜਿਵੇਂ ਆਮ ਕਰਕੇ ਇਸ ਸ੍ਰਿਸ਼ਟੀ ਦੀ ਸਿਰਜਣਾ ਦੇ ਲਈ ਬੜੇ ਵਹਿਮ ਤੇ ਭਰਮ ਨੇ। ਕਿਸੇ ਨੇ ਕਿਸੇ ਪ੍ਰਕਾਰ ਦੇ ਤਰੀਕੇ ਦੇ ਨਾਲ ਇਸ ਸ੍ਰਿਸ਼ਟੀ ਨੂੰ ਪੈਦਾ ਹੋਇਆ ਮੰਨਿਆ ਹੈ, ਕਿਸੇ ਨੇ ਕਿਸੇ ਢੰਗ ਦੇ ਨਾਲ। ਪਰ ਸਤਿਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਨੂੰ ਪਰਮਾਤਮਾ ਗੁਰੂ ਮਹਾਂਪੁਰਖ ਮਿਲਾ ਦਿੰਦਾ, ਫਿਰ ਉਹਨਾਂ ਦਾ ਜੀਵਨ ਦੇ ਅੰਦਰ ਇਹੋ ਜਿਹਾ ਨਿਸ਼ਚਾ ਬਣਦਾ ਹੈ, ਇਹੋ ਜਿਹਾ ਦ੍ਰਿੜ ਵਿਸ਼ਵਾਸ ਬਣਦਾ ਹੈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਕਹਿਣ ਲੱਗੇ ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਉਹਨਾਂ ਨੂੰ ਸਮੁੱਚੇ ਪਸਾਰੇ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਉਹ ਹਾਜ਼ਰ ਨਾਜ਼ਰ ਦਿਸਦਾ ਹੈ। ਹਰ ਥਾਂ ਦੇ ਉੱਤੇ ਉਹ ਪਰਮਾਤਮਾ ਨੂੰ ਵੇਖਦੇ ਨੇ। ਤੇ ਅੰਦਾਜ਼ਾ ਲਗਾਓ, ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜਦੋਂ ਇੱਕ ਬੱਚੀ ਵਿਆਹ ਕੇ ਸਹੁਰੇ ਪਰਿਵਾਰ 'ਚ ਜਾਂਦੀ ਹੈ, ਹੁਣ ਉਸ ਪਰਿਵਾਰ ਦੇ ਵਿੱਚ ਉਹ ਸਾਰੇ ਜੀਵ ਉਹਦੇ ਲਈ ਨਵੇਂ ਹੁੰਦੇ ਨੇ, ਪਰ ਉਹਦੇ ਅੰਦਰ ਇੱਕ ਅਹਿਸਾਸ ਹੁੰਦਾ ਹੈ ਵੀ ਮੇਰੇ ਸਿਰ ਦਾ ਸਾਈਂ ਮੇਰੇ ਨਾਲ ਹੈ। ਉਸ ਅਹਿਸਾਸ ਦਾ ਸਦਕਾ ਉਹਦੇ ਜਿੰਨੇ ਵੀ ਹੋਰ ਪਰਿਵਾਰਕ ਰਿਸ਼ਤੇ ਨੇ, ਸੱਸ ਦਾ, ਸਹੁਰੇ ਦਾ, ਨਨਾਣ ਦਾ, ਦਿਓਰ ਦਾ, ਜੇਠ ਦਾ, ਜਠਾਣੀ ਦਾ, ਇਹ ਸਾਰੇ ਉਹਨੂੰ ਆਪਣੇ ਲੱਗਦੇ ਨੇ ਨਾ। ਇਹ ਸਾਰੇ ਉਹਨੂੰ ਆਪਣੇ ਕਿਉਂ ਲੱਗੇ? ਕਿਉਂਕਿ ਉਹਨੇ ਪਹਿਲਾਂ ਅਹਿਸਾਸ ਇਹ ਕੀਤਾ ਵੀ ਪਤੀ ਮੇਰਾ ਜਿਹੜਾ ਹੈ ਉਹ ਮੇਰੇ ਸਿਰ 'ਤੇ ਹੈ। ਜਿੱਦਣ ਅਸੀਂ ਆਪਣੇ ਅੰਦਰ ਇਹ ਅਹਿਸਾਸ ਕਰ ਲਵਾਂਗੇ ਵੀ ਉਹ ਪਰਮਾਤਮਾ ਪ੍ਰਭੂ ਪਤੀ ਮੇਰੇ ਨਾਲ ਹੈ, ਫਿਰ ਦੁਨੀਆ ਦੇ ਸਾਰੇ ਲੋਕ ਜਿਹੜੇ ਸਨ ਉਹ ਸਾਨੂੰ ਆਪਣੇ ਲੱਗਣਗੇ। ਫਿਰ ਨਾ ਕੋਈ ਵੈਰੀ ਹੈ, ਨਾ ਕੋਈ ਦੁਸ਼ਮਣ ਹੈ। ਹੁਣ ਅੰਦਾਜ਼ਾ ਲਗਾਓ ਵੀ ਇਤਿਹਾਸ ਦੇ ਆਪਾਂ ਪੰਨੇ ਪੜ੍ਹਦੇ ਹਾਂ ਨਾ, ਹੁਣ ਭਾਈ ਕਨ੍ਹਈਆ ਜੀ ਦੀ ਆਪਾਂ ਸਾਖੀ ਪਤਾ ਨਹੀਂ ਕਿੰਨੀ ਕੁ ਵਾਰੀ ਪੜ੍ਹੀ ਹੈ, ਕਿੰਨੀ ਕੁ ਵਾਰੀ ਸੁਣੀ ਹੈ। ਹੁਣ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚੋਂ ਵੀ ਆਪਣਾਪਨ ਨਜ਼ਰ ਆਉਂਦਾ ਹੈ, ਅਤੇ ਇਹਦਾ ਕਾਰਨ ਇਹ ਹੈ ਵੀ ਪਹਿਲਾਂ ਗੁਰੂ ਮਹਾਂਪੁਰਖ ਦੇ ਨਾਲ ਸਾਂਝ ਬਣਾ ਕਰਕੇ ਭਾਈ ਕਨ੍ਹਈਆ ਜੀ ਨੇ ਆਪਣੇ ਅੰਦਰ ਵਸਦੇ ਉਸ ਪਰਮਾਤਮਾ ਨੂੰ ਆਪਣੇ ਬਿਲਕੁਲ ਨੇੜੇ ਸਮਝਿਆ ਹੈ। ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਉਹਨਾਂ ਨੇ ਜਾਣ ਲਿਆ ਹੈ, ਜਿਹਦਾ ਸਦਕਾ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚੋਂ ਵੀ ਰੱਬ ਨਜ਼ਰ ਆਉਂਦਾ। ਅਤੇ ਸਾਡੀ ਹਾਲਾਤ ਇਹ ਬਣੀ ਪਈ ਹੈ ਵੀ ਅਸੀਂ ਆਪਣੇ ਅੰਦਰੋਂ ਰੱਬ ਨੂੰ ਨਹੀਂ ਵੇਖ ਪਾਏ, ਅਤੇ ਸਾਨੂੰ ਆਪਣਿਆਂ ਦੇ ਵਿੱਚੋਂ ਵੀ ਆਪਣੇ ਨਜ਼ਰ ਨਹੀਂ ਆ ਰਹੇ, ਸਾਨੂੰ ਆਪਣਿਆਂ 'ਚੋਂ ਵੀ ਦੁਸ਼ਮਣ ਨਜ਼ਰ ਆ ਰਹੇ। ਆ ਤੁਸੀਂ ਵੇਖੋ ਵੀ ਕਿਵੇਂ ਛੜਯੰਤਰ ਰਚੇ ਜਾ ਰਹੇ ਨੇ ਪਰਿਵਾਰਾਂ ਦੇ ਵਿੱਚ ਹੀ। ਅੱਜ ਇੱਕ ਦੂਸਰੇ ਤੋਂ ਓਹਲੇ ਰੱਖੇ ਜਾਂਦੇ ਨੇ। ਈਵਨ ਕਿ ਜਿਹੜਾ ਪਤੀ ਤੇ ਪਤਨੀ ਦਾ ਬੜੇ ਨੇੜਤਾ ਦਾ ਰਿਸ਼ਤਾ ਹੈ, ਕਈ ਵਾਰੀ ਇਸ ਰਿਸ਼ਤੇ ਦੇ ਵਿੱਚ ਵੀ ਓਹਲੇ ਰੱਖੇ ਜਾਂਦੇ ਨੇ। ਇਹਦਾ ਕਾਰਨ ਇਹ ਹੈ ਵੀ ਅਸੀਂ ਅਜੇ ਆਪਣਾਪਨ ਨਹੀਂ ਜਾਣ ਸਕੇ। ਖੈਰ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਉਸ ਆਤਮ ਰਾਮ ਪਸਾਰੇ ਦੇ ਬਾਰੇ ਸਮਝ ਲਿਆ ਹੈ, ਜਾਣ ਲਿਆ ਹੈ, ਹਰ ਵੇਖੈ ਰਾਮ ਹਦੂਰੇ। ਤੇ ਸਤਿਗੁਰੂ ਜੀ ਕਹਿਣ ਲੱਗੇ ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਫਿਰ ਉਹਨਾਂ ਨੂੰ ਅੰਦਰ ਤੇ ਬਾਹਰ ਸਾਰੀਆਂ ਥਾਵਾਂ 'ਤੇ ਉਹ ਇੱਕ ਪਰਮਾਤਮਾ ਨਜ਼ਰ ਆਉਂਦਾ। ਫਿਰ ਉਹ ਜੀਵ ਇਸਤਰੀਆਂ ਉਸ ਪਰਮਾਤਮਾ ਦੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ। ਸਤਿਗੁਰੂ ਜੀ ਕਹਿਣ ਲੱਗੇ ਨਾਨਕ ਇਹ ਗੱਲ ਆਖਦਾ ਹੈ, ਇਹੀ ਜੀਵ ਰੂਪੀ ਇਸਤਰੀ ਦੀ ਉਸ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਦੂਸਰੀ ਲਾਮ ਹੈ, ਵਿਆਹ ਦੀ ਦੂਸਰੀ ਲਾਮ ਹੈ।
ਵੀ ਲਗਾਤਾਰ ਫਿਰ ਉਹਦੀ ਜ਼ਿੰਦਗੀ ਦੇ ਅੰਦਰ ਉਹ ਸਿਫਤ ਸਲਾਹ ਦੇ ਵਾਜੇ ਜਿਹੜੇ ਨੇ ਉਹ ਵੱਜਣੇ ਸ਼ੁਰੂ ਹੋ ਜਾਂਦੇ ਨੇ। ਲਗਾਤਾਰ ਉਸ ਨੂੰ ਇਹ ਅਹਿਸਾਸ ਬਣਿਆ ਰਹਿੰਦਾ ਹੈ ਕਿ ਪ੍ਰਭੂ ਪਤੀ ਜਿਹੜਾ ਹੈ ਉਹ ਮੇਰੇ ਸਿਰ ਦੇ ਉੱਤੇ ਹੈ, ਤੇ ਇਸ ਅਹਿਸਾਸ ਦਾ ਸਦਕਾ ਫਿਰ ਉਹਨੂੰ ਸਾਰਾ ਸੰਸਾਰ ਹੀ ਜਿਹੜਾ ਹੈ ਉਹ ਆਪਣਾ ਲੱਗਦਾ ਹੈ, ਉਹਨੂੰ ਪਿਆਰਾ ਲੱਗਦਾ ਹੈ। ਜਿਵੇਂ ਦੁਨਿਆਵੀ ਤੌਰ 'ਤੇ ਪਤੀ ਪਤਨੀ ਨੂੰ ਪਤੀ ਦੇ ਘਰ ਜਾ ਕਰ ਕੇ ਸਭ ਕੁਝ ਆਪਣਾ ਲੱਗਦਾ ਹੈ, ਕਿਉਂਕਿ ਉਹਨੇ ਪਹਿਲਾਂ ਪਤੀ ਦਾ ਅਹਿਸਾਸ ਆਪਣੀ ਸੁਰਤ ਦੇ ਵਿੱਚ ਕੀਤਾ ਹੈ। ਉਵੇਂ ਸਤਿਗੁਰੂ ਜੀ ਕਹਿਣ ਲੱਗੇ, ਜਿੱਦਣ ਉਸ ਪਰਮਾਤਮਾ ਦਾ ਅਹਿਸਾਸ ਅਸੀਂ ਆਪਣੇ ਅੰਦਰ ਕਰ ਲਿਆ, ਉਦਣ ਫਿਰ ਸਾਰੀ ਕਾਇਨਾਤ ਸਾਨੂੰ ਆਪਣੀ ਲੱਗੇਗੀ। ਫਿਰ ਇਹ ਅਹਿਸਾਸ ਹੋਵੇਗਾ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਫਿਰ ਇਹ ਅਹਿਸਾਸ ਹੋਵੇਗਾ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਫਿਰ ਇਹ ਅਹਿਸਾਸ ਸਾਡੀ ਜ਼ਿੰਦਗੀ ਦੇ ਵਿੱਚ ਬਣੇਗਾ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਤਿਗੁਰੂ ਜੀ ਮਿਹਰਾਮਤ ਕਰਨ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ।